ਤੇ ਦੋਸਤੋ ਹੁਣ ਅਸੀਂ ਜਿਹੜੇ 4 ਨੰਬਰ ਦੇ ਜਿਹੜੇ ਕੁਐਸਚਨ ਆ ਉਹ ਆ ਸਕਦੇ ਉਹ ਇੰਪੋਰਟੈਂਟ ਕੁਐਸਚਨ ਜਿਹੜੇ ਹੁਣ ਅਸੀਂ ਕਰਨ ਜਾ ਰਹੇ ਹਾਂ। ਠੀਕ ਹੈ, ਸੋ ਪਹਿਲਾ ਕੁਐਸਚਨ ਹੈ ਕਿ ਪਿਊਬਰਟੀ ਯਾਨੀ ਕਿਸ਼ੋਰ ਅਵਸਥਾ ਸਮੇਂ ਲੜਕੀਆਂ ਵਿੱਚ ਕਿਹੜੇ ਕਿਹੜੇ ਪਰਿਵਰਤਨ ਦਿਖਾਈ ਦਿੰਦੇ ਹਨ। ਪਹਿਲਾ ਮਾਹਵਾਰੀ ਸ਼ੁਰੂ ਹੋ ਜਾਂਦੀ। ਦੂਸਰਾ ਜੜਨ ਅੰਗਾਂ 'ਤੇ ਬਾਲ ਉੱਗ ਜਾਂਦੇ ਹਨ। ਤੀਸਰਾ ਛਾਤੀ ਦਾ ਵੱਡੀਆਂ ਹੋ ਜਾਂਦੀਆਂ, ਜੜਨ ਅੰਗਾਂ ਦਾ ਵਿਕਾਸ ਹੋ ਜਾਂਦਾ ਹੈ। ਪੰਜਵਾਂ ਉਲਟ ਲਿੰਗ ਵਾਲੇ ਆਕਰਸ਼ਣ ਵੱਧ ਜਾਂਦੇ ਹਨ ਅਤੇ ਮਾਦਾ ਜੜਨ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਹਨ। ਉਸ ਤੋਂ ਬਾਅਦ ਕਹਿੰਦੇ ਪਿਊਬਰਟੀ ਸਮੇਂ ਲੜਕੀਆਂ ਵਿੱਚ ਕਿਹੜੇ ਪਰਿਵਰਤਨ ਆਉਂਦੇ ਹਨ। ਸੋ ਦਾੜੀ ਵਿੱਚ ਮੁੱਛਾਂ ਉੱਗ ਜਾਂਦੀਆਂ, ਆਵਾਜ਼ ਵਿੱਚ ਭਾਰੀਪਣ ਆ ਜਾਂਦਾ ਹਨ, ਜੜਨ ਅੰਗਾਂ 'ਤੇ ਵਾਲ ਉੱਗ ਜਾਂਦੇ ਹਨ ਅਤੇ ਉਲਟ ਲਿੰਗੀ ਵਾਲੇ ਆਕਰਸ਼ਣ ਵੱਧ ਜਾਂਦੇ ਹਨ ਅਤੇ ਮੋਢੇ ਚੌੜੇ ਹੋ ਜਾਂਦੇ ਹਨ ਅਤੇ ਨਰ ਜੜਨ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਹਨ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਕਿ ਮਾਹਵਾਰੀ ਕਿਉਂ ਆਉਂਦੀ ਹੈ। ਜੇਕਰ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਹੈ ਤਾਂ ਇਹ ਲਗਭਗ 1 ਦਿਨ ਤੱਕ ਜਿਉਂਦਾ ਰਹਿੰਦਾ ਹੈ, ਕਿਉਂਕਿ ਅੰਡਕੋਸ਼ ਹਰ ਮਹੀਨੇ ਇੱਕ ਅੰਡਾ ਛੱਡਦਾ ਹੈ। ਇਸ ਲਈ ਨਿਸ਼ੇਚਨ ਅੰਡੇ ਨੂੰ ਪ੍ਰਾਪਤ ਕਰਨ ਹਿੱਤ ਬੱਚੇਦਾਨੀ ਵੀ ਹਰ ਮਹੀਨੇ ਤਿਆਰ ਕਰਦੀ ਹੈ। ਇਸ ਲਈ ਬੱਚੇਦਾਨੀ ਦੀਆਂ ਅੰਦਰਲੀਆਂ ਕੰਧਾਂ ਮੋਟੀਆਂ ਅਤੇ ਸਪੰਜ ਹੋ ਜਾਂਦੀਆਂ ਹਨ। ਜੇਕਰ ਨਿਸ਼ੇਚਨ ਨਹੀਂ ਹੁੰਦਾ ਹੈ ਤਾਂ ਇਹ ਪਰਤ ਦੀ ਲੋੜ ਨਹੀਂ ਰਹਿੰਦੀ। ਇਸ ਲਈ ਇਹ ਪਰਤ ਹੌਲੀ ਹੌਲੀ ਟੁੱਟ ਕੇ ਯੋਨੀ ਮਾਰਗ ਰਾਹੀਂ ਲਹੂ ਅਤੇ ਮਿਊਕਸ ਦੇ ਰੂਪ ਦੇ ਵਿੱਚ ਬਾਹਰ ਆ ਜਾਂਦੀ ਹੈ। ਇਸ ਚੱਕਰ ਦੇ ਵਿੱਚ ਲਗਭਗ 1 ਮਹੀਨਾ ਦਾ ਸਮਾਂ ਲੱਗਦਾ ਹੈ ਅਤੇ ਇਸ ਨੂੰ ਮਾਹਵਾਰੀ ਕਹਿੰਦੇ ਹਨ ਅਤੇ ਇਹ ਲਗਭਗ 2 ਤੋਂ 8 ਦਿਨ ਤੱਕ ਰਹਿੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਆ ਕਿ ਮਾਂ ਦੇ ਸਰੀਰ ਦੇ ਵਿੱਚ ਜਿਹੜਾ ਭਰੂਣ ਹੈ ਉਹ ਕਿਸ ਤਰ੍ਹਾਂ ਪ੍ਰਾਪਤ ਕਰਦਾ ਹੈ, ਭੋਜਨ ਪ੍ਰਾਪਤ ਕਰਦਾ ਹੈ ਅਤੇ ਪਰਾਗਣ ਕਿਰਿਆ ਅਤੇ ਨਿਸ਼ੇਚਨ ਕਿਰਿਆ ਤੋਂ ਕਿਵੇਂ ਭਿੰਨ। ਠੀਕ ਹੈ, ਸੋ ਪਹਿਲਾ ਕੁਐਸਚਨ ਹੈ ਮਾਂ ਦਾ ਸਰੀਰ ਗਰਭ ਧਾਰਨ ਕਰਨ ਅਤੇ ਬੱਚੇ ਦੇ ਵਿਕਾਸ ਦੇ ਲਈ ਵਿਸ਼ੇਸ਼ ਤੌਰ 'ਤੇ ਅਨੁਕੂਲ ਹੁੰਦਾ ਹੈ, ਜਿਸ ਲਈ ਬੱਚੇਦਾਨੀ ਹਰ ਮਹੀਨੇ ਭਰੂਣ ਨੂੰ ਗ੍ਰਹਿਣ ਕਰਨ ਅਤੇ ਉਸ ਦੇ ਪੋਸ਼ਣ ਲਈ ਤਿਆਰੀ ਕਰਦੀ ਹੈ। ਇਸ ਦੀ ਅੰਦਰਲੀ ਪਰਤ ਮੋਟੀ ਹੁੰਦੀ ਹੈ ਅਤੇ ਭਰੂਣ ਦੇ ਪੋਸ਼ਣ ਲਈ ਲਹੂ ਦਾ ਪ੍ਰਭਾਵ ਵੀ ਵੱਧ ਜਾਂਦਾ ਹੈ। ਭਰੂਣ ਨੂੰ ਮਾਂ ਦੇ ਲਹੂ ਤੋਂ ਹੀ ਪੋਸ਼ਣ ਮਿਲਦਾ। ਇਸ ਦੇ ਲਈ ਇੱਕ ਵਿਸ਼ੇਸ਼ ਰਚਨਾ ਹੁੰਦੀ ਹੈ ਜਿਸ ਨੂੰ ਔਲ ਜਾਂ ਫਿਰ ਪਲੈਸੈਂਟਾ ਕਹਿੰਦੇ ਆ। ਠੀਕ ਹੈ, ਇਸ ਵਿੱਚ ਇੱਕ ਤਸਤਰੀ ਜਿਹੀ ਰਚਨਾ ਹੁੰਦੀ ਹੈ ਜੋ ਬੱਚੇਦਾਨੀ ਦੀ ਕੰਧ ਵਿੱਚ ਤਸੀ ਹੁੰਦੀ ਹੈ। ਇਹ ਮਾਂ ਦੇ ਲਹੂ ਤੋਂ ਭਰੂਣ ਤੱਕ ਗਲੂਕੋਜ਼, ਆਕਸੀਜਨ ਅਤੇ ਹੋਰ ਪਦਾਰਥਾਂ ਦਾ ਪਰਿਵਹਨ ਲਈ ਇੱਕ ਵੱਡਾ ਸਾਰਾ ਖੇਤਰ ਜਿਹੜਾ ਪ੍ਰਦਾਨ ਕਰਦੀ ਹੈ। ਵੱਧਦਾ ਹੋਇਆ ਭਰੂਣ ਮਲ ਪਦਾਰਥ ਵੀ ਪੈਦਾ ਕਰਦਾ ਹੈ ਅਤੇ ਇਸ ਦਾ ਨਿਪਟਾਰਾ ਵੀ ਔਲ ਰਾਹੀਂ ਹੀ ਹੁੰਦਾ। ਉਸ ਤੋਂ ਬਾਅਦ ਆ ਕਿ ਪਰਾਗਣ ਕਿਰਿਆ ਅਤੇ ਨਿਸ਼ੇਚਨ ਕਿਰਿਆ ਦੇ ਵਿੱਚ ਅੰਤਰ ਦੱਸਣਾ। ਠੀਕ ਹੈ, ਸੋ ਇਸ ਕਿਰਿਆ ਦੇ ਵਿੱਚ ਪਰਾਗਣ ਇਸਤਰੀ ਕੇਸਰ ਤੋਂ ਸਟਿਗਮਾ ਤੱਕ ਪਹੁੰਚਦਾ। ਨਿਸ਼ੇਚਨ ਕਿਰਿਆ ਦੇ ਵਿੱਚ ਇਸ ਕਿਰਿਆ ਦੇ ਵਿੱਚ ਨਰ ਯੁਗਮਕ ਅਤੇ ਮਾਦਾ ਯੁਗਮਕ ਮਿਲ ਕੇ ਯੁਗਮਜ ਬਣਾਉਂਦੇ ਹਨ। ਦੂਸਰਾ ਪੁਆਇੰਟ ਹੈ ਕਿ ਇਹ ਪ੍ਰਜਨਨ ਕਿਰਿਆ ਦਾ ਪਹਿਲਾ ਚਰਨ ਹੈ ਅਤੇ ਇਸ ਦਾ ਦੂਸਰਾ ਪੁਆਇੰਟ ਹੈ ਕਿ ਇਹ ਪ੍ਰਜਨਨ ਕਿਰਿਆ ਦਾ ਦੂਸਰਾ ਚਰਨ ਹੈ ਅਤੇ ਪਰਾਗਣ ਜਿਹੜਾ ਹੈਗਾ ਉਹ 2 ਪ੍ਰਕਾਰ ਦਾ ਹੁੰਦਾ, ਸਵੈ ਪਰਾਗਣ ਅਤੇ ਪਰ ਪਰਾਗਣ। ਅਤੇ ਨਿਸ਼ੇਚਨ ਕਿਰਿਆ ਜਿਹੜੀ ਉਹ ਵੀ 2 ਪ੍ਰਕਾਰ ਦੀ ਹੁੰਦੀ, ਇੱਕ ਬਾਹਰੀ ਨਿਸ਼ੇਚਨ ਅਤੇ ਦੂਸਰਾ ਹੈ ਅੰਦਰੂਨੀ ਨਿਸ਼ੇਚਨ। ਠੀਕ ਹੈ, ਸੋ ਪਰਾਗਣ ਦੇ ਸਥਾਨਾਂ ਦੇ ਲਈ ਜਿਹੜੇ ਵਾਹਕ ਆ, ਜਿਹੜੇ ਪਾਣੀ, ਕਿੱਟਾ, ਇਹਨਾਂ ਦੀ ਲੋੜ ਹੁੰਦੀ ਹੈ। ਠੀਕ ਹੈ, ਅਤੇ ਜਿਹੜੇ ਨਿਸ਼ੇਚਨ ਹੈ ਇਸ ਦੇ ਵਿੱਚ ਵਾਹਕਾਂ ਦੀ ਲੋੜ ਨਹੀਂ ਹੁੰਦੀ। ਉਸ ਤੋਂ ਬਾਅਦ ਹੈ ਕਿ ਅਲਿੰਗੀ ਪ੍ਰਜਨਨ ਤੋਂ ਕੀ ਭਾਵ ਹੈ ਅਤੇ ਇਸ ਦੀਆਂ ਕਿਸਮਾਂ ਬਾਰੇ ਸੰਖੇਪ ਦੇ ਵਿੱਚ ਜਾਣਕਾਰੀ ਦਿਓ। ਠੀਕ ਹੈ, ਸੋ ਅਲਿੰਗੀ ਪ੍ਰਜਨਨ ਉਹ ਵਿਧੀ ਹੈ ਜਿਸ ਰਾਹੀਂ ਇੱਕ ਹੀ ਪਿੱਤਰ ਤੋਂ ਨਵਾਂ ਜੀਵ ਦੀ ਉਤਪੱਤੀ ਹੁੰਦੀ ਹੈ, ਉਹ ਅਲਿੰਗੀ ਪ੍ਰਜਨਨ ਆਉਂਦੀ ਹੈ। ਠੀਕ ਹੈ, ਉਸ ਨੂੰ ਅਲਿੰਗੀ ਪ੍ਰਜਨਨ ਕਹਿੰਦੇ ਹੈ ਜਿਸ ਵਿੱਚ ਸਿਰਫ ਇੱਕ ਹੀ ਜੀਵ ਤੋਂ ਦੂਸਰਾ ਜੀਵ ਪੈਦਾ ਹੁੰਦਾ ਹੈ। ਠੀਕ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਕੀ ਹਨ। ਇਸ ਕਿਰਿਆ ਦੇ ਵਿੱਚ ਯੁਗਮਜ ਬਣਨਾ ਅਤੇ ਨਿਸ਼ੇਚਨ ਕਿਰਿਆ ਆਦਿ ਸ਼ਾਮਿਲ ਨਹੀਂ ਹੁੰਦੀ। ਦੂਸਰਾ ਪੁਆਇੰਟ ਹੈ ਕਿ ਇਸ ਕਿਰਿਆ ਦੇ ਵਿੱਚ ਆਮ ਤੌਰ 'ਤੇ ਨਵੇਂ ਉਤਪਾਦਨ ਹੋਏ ਜੀਵ ਅਨੁਵੰਸ਼ਿਕ ਤੌਰ 'ਤੇ ਪਿੱਤਰ ਵਰਗੇ ਹੀ ਹੁੰਦੇ ਹਨ ਅਤੇ ਭਿੰਨਤਾਵਾਂ ਉਤਪੰਨ ਨਹੀਂ ਹੁੰਦੀਆਂ। ਤੀਸਰਾ ਪੁਆਇੰਟ ਅਲਿੰਗੀ ਪ੍ਰਜਨਨ ਸਰਲ ਜੀਵਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ। ਠੀਕ ਹੈ, ਹੁਣ ਅਲਿੰਗੀ ਪ੍ਰਜਨਨ ਦੀਆਂ ਜਿਹੜੀਆਂ ਕਿਸਮਾਂ ਹਨ ਇਹ ਵੀ ਪੁੱਛ ਸਕਦੇ ਨੇ। ਠੀਕ ਹੈ, ਤਾਂ ਆਪਾਂ ਕਿਸਮਾਂ ਵੀ ਪੜ੍ਹ ਲੈਂਦੇ। ਪਹਿਲਾ ਹੈ ਪੁਆਇੰਟ ਹੈ ਵਿਖੰਡਨ। ਇਸ ਕਿਰਿਆ ਦੇ ਵਿੱਚ ਪਿੱਤਰ ਜੀਵ 2 ਜਾਂ 2 ਤੋਂ ਵੱਧ ਸੰਤਾਨ ਸੈੱਲਾਂ ਦੇ ਵਿੱਚ ਵਿਭਾਜਿਤ ਹੋ ਜਾਂਦੇ ਹਨ ਅਤੇ ਇਹ ਜੀਵਾਣੂ ਅਤੇ ਪ੍ਰੋਟੋਜ਼ੋਆ ਵਰਗੇ ਇੱਕ ਸੈਲੀ ਜੀਵਾਂ ਦੇ ਵਿੱਚ ਪਾਈ ਜਾਣ ਵਾਲੀ ਕਿਰਿਆ ਹੈ ਅਤੇ ਇਹ 2 ਪ੍ਰਕਾਰ ਦੀ ਹੁੰਦੀ ਹੈ। ਠੀਕ ਹੈ, ਵਿਖੰਡਨ ਕਿਨੇ 2 ਪ੍ਰਕਾਰ ਦੀ ਹੁੰਦੀ ਹੈ, 2 ਖੰਡਨ ਅਤੇ ਬਹੁਖੰਡਨ। ਠੀਕ ਹੈ, ਹੁਣ 2 ਖੰਡਨ ਕੀ ਹੈ, ਇਸ ਦੇ ਵਿੱਚ ਪਿੱਤਰ ਸੈੱਲ 2 ਸੈੱਲਾਂ ਦੇ ਵਿੱਚ ਵਿਭਾਜਿਤ ਹੋ ਜਾਂਦੇ ਹਨ। ਠੀਕ ਹੈ, ਉਦਾਹਰਨ ਦੇ ਲਈ ਜਿਸ ਤਰ੍ਹਾਂ ਦਿੱਤਾ ਗਿਆ। ਠੀਕ ਹੈ, ਇਹ ਅਮੀਬਾ ਆ। ਠੀਕ ਹੈ, ਉਸ ਤੋਂ ਬਾਅਦ ਹੈ ਬਹੁਖੰਡ। ਇਸ ਵਿੱਚ ਪਿੱਤਰ ਸੈੱਲ 2 ਜਾਂ 2 ਤੋਂ ਵੱਧ ਸੈੱਲਾਂ ਦੇ ਵਿੱਚ ਉਤਪੰਨ ਹੁੰਦੇ ਹਨ ਅਤੇ ਇਹ ਕਿਰਿਆ ਅਸੁਖਾਵੀ ਵਾਤਾਵਰਣੀ ਹਾਲਾਤਾਂ ਦੇ ਵਿੱਚ ਵਾਪਰਦੀ ਹੈ। ਉਦਾਹਰਨ ਦੇ ਲਈ ਪਲਾਜ਼ਮੋਡੀਅਮ। ਠੀਕ ਹੈ, ਉਸ ਤੋਂ ਬਾਅਦ ਹੈਗਾ ਦੂਸਰਾ ਹੈ ਖੰਡਨ। ਠੀਕ ਹੈ, ਸੋ ਸਪਾਇਰੋਗਾਇਰਾ ਅਤੇ ਐਲਗੀ ਦੇ ਤੰਦ ਜਲੀ ਜੀਵਾਂ ਦੀਆਂ ਗਤੀਵਿਧੀਆਂ ਕਾਰਨ ਇੱਕ ਖਾਸ ਅਵਸਥਾ 'ਤੇ ਪਹੁੰਚ ਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਟੁੱਟ ਜਾਂਦਾ ਹੈ। ਠੀਕ ਹੈ, ਅਤੇ ਹਰੇਕ ਟੁਕੜੇ ਤੋਂ ਨਵਾਂ ਪੌਦਾ ਜਿਹੜਾ ਨਵਾਂ ਜੀਵ ਆ ਉਹ ਪੈਦਾ ਹੁੰਦਾ, ਜਿਸ ਤਰ੍ਹਾਂ ਕਿ ਫੋਟੋ ਦੇ ਵਿੱਚ ਦਿਖਾਇਆ ਗਿਆ। ਠੀਕ ਹੈ, ਉਸ ਤੋਂ ਬਾਅਦ ਹੈ ਪੁਨਰ ਸਿਰਜਣਾ। ਕਿਸੇ ਜੰਤੂ ਦੁਆਰਾ ਅਗਲੇ ਹਿੱਸੇ ਤੋਂ
ਪੂਰਨ ਜੰਤੂ ਦੇ ਪੈਦਾ ਹੋ ਜਾਣ ਨੂੰ ਹੀ ਪੂਰਨ ਪ੍ਰਜਨਨ ਕਹਿੰਦੇ ਹਨ, ਪੂਰਨ ਜਨਨ ਕਹਿੰਦੇ ਹਨ। ਉਦਾਹਰਨ ਦੇ ਲਈ ਹਾਈਡਰਾ ਅਤੇ ਪਲੇਨੀਰੀਆ। ਉਸ ਤੋਂ ਬਾਅਦ ਹੈ ਬੀਜਾਣੂ ਬਣਾਉਣਾ। ਇਸ ਕਿਰਿਆ ਦੇ ਵਿੱਚ ਬੀਜਾਣੂ ਸੈੱਲ ਅੰਦਰਲੇ ਕੇਂਦਰਕਾਂ ਤੋਂ ਸੈੱਲਾਂ ਸੰਤਾਨ ਦੇ ਵਿੱਚ ਵਿਭਾਜਿਤ ਹੋਣ ਅਤੇ ਹਰ ਸੈੱਲ ਦੇ ਸੁਰੱਖਿਅਤ ਪਰਤ ਦੇ ਘਿਰ ਜਾਣ ਕਾਰਨ ਪੈਦਾ ਹੁੰਦੇ ਹਨ। ਉਸ ਤੋਂ ਬਾਅਦ ਹੈ ਵੱਡੀ। ਪਿੱਤਰ ਜੀਵ ਦੇ ਸਰੀਰ ਤੋਂ ਪੈਦਾ ਹੋਣ ਵਾਲੀ ਬਡਸ ਤੋਂ ਸੈੱਲ ਵਿਭਾਜਨ ਰਾਹੀਂ ਨਵਾਂ ਜੀਵ ਉਤਪੰਨ ਹੁੰਦੇ ਹਨ, ਜੋ ਪਿੱਤਰ ਜੀਵ ਤੋਂ ਬਾਅਦ ਵਿੱਚ ਅਲੱਗ ਹੋ ਜਾਂਦਾ ਹੈ, ਜਿਸ ਤਰ੍ਹਾਂ ਕਿ ਫੋਟੋ ਦੇ ਵਿੱਚ ਦਿਖਾਇਆ ਗਿਆ ਹੈ। ਠੀਕ ਹੈ। ਉਸ ਤੋਂ ਬਾਅਦ ਹੈ ਕਾਇਆ ਪ੍ਰਜਨਨ। ਪ੍ਰਜਨਨ ਦੀ ਇਸ ਕਿਰਿਆ ਦੇ ਵਿੱਚ ਨਵੇਂ ਪੌਦੇ ਪਿੱਤਰ ਪੌਦੇ ਦੇ ਜਣੇ ਤਣੇ ਅਤੇ ਪੌਦੇ ਤੋਂ ਤਿਆਰ ਕੀਤੇ ਜਾਂਦੇ ਹਨ। ਠੀਕ ਹੈ। ਸੋ ਕਾਇਆ ਪ੍ਰਜਨਨ ਆਪਾਂ ਆਮ ਕਰਕੇ ਦੇਖਦੇ ਹਾਂ, ਜਿਵੇਂ ਆਲੂ ਉਗਾਇਆ ਜਾਂਦਾ ਹੈ, ਜਿਵੇਂ ਗੰਨਾ ਉਗਾਇਆ ਜਾਂਦਾ ਹੈ। ਠੀਕ ਹੈ। ਸੋ ਉਹਨਾਂ ਨੂੰ ਕੱਟ ਕੇ, ਠੀਕ ਹੈ, ਅਤੇ ਜਿਹੜੇ ਕੁਛ ਪੌਦੇ ਹੈਗੇ ਉਹਨਾਂ ਨੂੰ ਜੜ੍ਹਾਂ ਨੂੰ ਲਗਾ ਕੇ ਜਾਂ ਫਿਰ ਉਹਨਾਂ ਦੇ ਤਣੇ ਨੂੰ ਲਗਾ ਦਿੱਤਾ ਜਾਂਦਾ, ਜਿਸ ਤੋਂ ਨਵਾਂ ਪੌਦਾ ਜਿਹੜਾ ਉਹ ਤਿਆਰ ਹੋ ਜਾਂਦਾ। ਠੀਕ ਹੈ। ਹੁਣ ਉਸ ਤੋਂ ਬਾਅਦ ਇਹ ਜਿਹੜਾ ਫੁੱਲ ਦਾ ਚਿੱਤਰ ਹੈਗਾ, ਠੀਕ ਹੈ, ਇਹ ਫੁੱਲ ਦਾ ਚਿੱਤਰ ਮੈਂ ਇਸ ਦੇ ਬਾਰੇ ਵੀਡੀਓ ਬਣਾ ਚੁੱਕਾ ਹਾਂ, ਅਤੇ ਜੇਕਰ ਕਿਸੇ ਨੇ ਵੀਡੀਓ ਨਹੀਂ ਦੇਖੀ ਤਾਂ ਉਹ ਮੈਂ ਕਮੈਂਟ ਸੈਕਸ਼ਨ 'ਚ ਇਸ ਦਾ ਲਿੰਕ ਪਾ ਦੂੰਗਾ, ਨਹੀਂ ਤਾਂ ਮੈਂ, ਠੀਕ ਹੈ, ਅਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖ ਲਿਓ, ਕਿਉਂਕਿ ਇਹ ਵੀ ਕੁਐਸਚਨ ਜਿਹੜਾ ਉਹ ਬਹੁਤ ਹੀ ਇੰਪੋਰਟੈਂਟ ਹੈਗਾ। ਠੀਕ ਹੈ। ਸੋ ਇਸ ਦੇ ਪਾਰਟਸ ਜਿਹੜੇ ਹੈਗੇ, ਜਿਹੜੇ ਵੀ ਭਾਗ ਹੈਗਾ ਉਸ ਨੂੰ ਡਿਫਾਈਨ ਕਰਨਾ। ਠੀਕ ਹੈ। ਤਾਂ ਇਹ ਬਹੁਤ ਹੀ ਜ਼ਰੂਰੀ ਹੈਗਾ ਕੁਐਸਚਨ, ਅਤੇ ਇਹ 90% ਸ਼ੋਰ ਹੈ ਕਿ ਇਹ ਆ ਸਕਦਾ ਕੁਐਸਚਨ। ਠੀਕ ਹੈ। ਉਸ ਤੋਂ ਬਾਅਦ ਹੈਗਾ ਇਹ ਵੀ ਮੈਂ ਕੁਐਸਚਨ ਹੈਗਾ। ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਕਿ ਰਸਾਇਣਿਕ ਤਾਤਾਂ ਅਤੇ ਅਤਾਤਾਂ ਦੇ ਵਿੱਚ ਅੰਤਰ ਦੱਸਣਾ। ਠੀਕ ਹੈ। ਹੁਣ ਕਹਿੰਦੇ ਕਿ ਰਸਾਇਣਿਕ ਗੁਣਾਂ ਦੇ ਆਧਾਰ 'ਤੇ ਦੱਸਣਾ। ਠੀਕ ਹੈ। ਹੁਣ ਤਾਤਾਂ ਜਿਹੜੀ ਆ, ਤਾਤਾਂ ਖਾਰੀ ਆਕਸਾਈਡ ਬਣਾਉਂਦੇ ਆ ਅਤੇ ਅਤਾਤਾਂ ਤੇਜ਼ਾਬੀ ਆਕਸਾਈਡ ਬਣਾਉਂਦੇ ਆ। ਤਾਤਾਂ ਜਿਹੜੀ ਹੈਗਾ ਉਹ ਪਤਲੇ ਤੇਜ਼ਾਬ ਦੇ ਨਾਲ ਕਿਰਿਆ ਕਰਕੇ ਹਾਈਡਰੋਜਨ ਵਿਸਥਾਪਿਤ ਕਰਦੇ ਆ, ਅਤੇ ਅਤਾਤਾਂ ਪਤਲੇ ਤੇਜ਼ਾਬ ਦੇ ਨਾਲ ਕਿਰਿਆ ਕਰਕੇ ਹਾਈਡਰੋਜਨ ਵਿਸਥਾਪਿਤ ਨਹੀਂ ਕਰਦੇ। ਠੀਕ ਹੈ। ਅਤੇ ਜਿਹੜੀ ਤਾਤਾਂ ਹੈ ਉਹ ਧਨ ਆਇਨ ਬਣਾਉਂਦੀਆਂ ਅਤੇ ਅਤਾਤਾਂ ਰਿਣ ਆਇਨ ਬਣਾਉਂਦੀਆਂ। ਇਹ ਕਲੋਰੀਨ ਦੇ ਨਾਲ ਕਿਰਿਆ ਕਰਕੇ ਆਇਨੀ ਯੌਗਿਕ ਬਣਾਉਂਦੀਆਂ ਹਨ, ਅਤੇ ਅਤਾਤਾਂ ਇਹ ਕਲੋਰੀਨ ਦੇ ਨਾਲ ਕਿਰਿਆ ਕਰਕੇ ਸਹਿਸੰਯੋਜੀ ਯੌਗਿਕ ਬਣਾਉਂਦੀਆਂ। ਤਾਤਾਂ ਇਹ ਲਘੂ ਕਾਰਕ ਹੁੰਦੀਆਂ, ਅਤੇ ਜਿਹੜੀ ਅਤਾਤਾਂ ਹਨ ਇਹ ਕੀ ਕਹਿੰਦੇ ਆਕਸੀ ਕਾਰਕ ਹੁੰਦੀਆਂ। ਹੁਣ ਭੌਤਿਕ ਗੁਣਾਂ ਦੇ ਆਧਾਰ 'ਤੇ ਇਹਨਾਂ ਦੇ ਅੰਤਰ ਦੱਸਣਾ। ਠੀਕ ਹੈ। ਤਾਤਾਂ ਖਿਚਣਯੁਕਤ ਹੁੰਦੀਆਂ ਅਤੇ ਅਤਾਤਾਂ ਇਹ ਪੁਰਪੁਰੀਆਂ ਹੁੰਦੀਆਂ। ਠੀਕ ਹੈ। ਤਾਤਾਂ ਖਿਚਣਯੁਕਤ ਹੁੰਦੀਆਂ ਹਨ ਅਤੇ ਇਹ ਪੁਰਪੁਰੀਆਂ ਹੁੰਦੀਆਂ ਹਨ। ਇਸ ਆਮ ਤੌਰ 'ਤੇ ਬਿਜਲੀ ਦੇ ਸੁਚਾਲਕ ਹੁੰਦੇ ਹਨ, ਅਤੇ ਇਹ ਆਮ ਤੌਰ 'ਤੇ ਬਿਜਲੀ ਦੇ ਕੁਚਾਲਕ ਹੁੰਦੇ ਹਨ। ਚੌਥਾ ਪੁਆਇੰਟ ਹੈ, ਇਹ ਆਮ ਤੌਰ 'ਤੇ ਤਾਪ ਦੇ ਕੁਚਾਲਕ ਹੁੰਦੇ ਹਨ, ਅਤੇ ਇਹ ਆਮ ਤੌਰ 'ਤੇ ਤਾਪ ਦੇ ਸੁਚਾਲਕ ਹੁੰਦੇ ਹਨ। ਇਸ ਦਾ ਪਿਘਲਾਵ ਅੰਕ ਅਤੇ ਉਬਲਾਵ ਅੰਕ ਕਾਫੀ ਉੱਚਾ ਹੁੰਦਾ, ਅਤੇ ਇਸ ਦਾ ਪਿਘਲਾਵ ਅੰਕ ਅਤੇ ਉਬਾਲ ਦਰਜਾ ਜਿਹੜਾ ਉਹ ਕਾਫੀ ਹੀ ਘੱਟ ਹੁੰਦਾ। ਉਸ ਤੋਂ ਬਾਅਦ ਹੈਗਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ ਕਿ ਕੁਟੀਨਯੁਕਤਾ ਤੋਂ ਕੀ ਭਾਵ ਹੈ। ਠੀਕ ਹੈ। ਕੁਟੀਨਯੁਕਤਾ ਅਤੇ ਖਿਚਣਯੁਕਤਾ। ਠੀਕ ਹੈ। ਤਾਤਾਂ ਨੂੰ ਕੁੱਟ ਕੇ ਪਤਲੀਆਂ ਚਾਦਰਾਂ ਬਣਾਉਣ ਨੂੰ ਹੀ ਕੁਟੀਨਯੁਕਤਾ ਕਹਿੰਦੇ ਹਨ, ਅਤੇ ਖਿਚਣਯੁਕਤਾ ਉਸ ਨੂੰ ਕਹਿੰਦੇ ਹਨ ਜਿਸ ਨੂੰ ਤਾਤਾਂ ਨੂੰ ਖਿੱਚ ਕੇ ਬਰੀਕ ਤਾਰਾਂ ਬਣਾਉਣ ਨੂੰ ਖਿਚਣਯੁਕਤਾ ਕਹਿੰਦੇ ਹਨ। ਹੁਣ ਅਗਲਾ ਕੁਐਸਚਨ ਹੈ ਕਿ